ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਅਪਡੇਟਸ, ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਗੱਲ ਪੰਜਾਬ ਅਤੇ ਕਿਸਾਨੀ ਦੇ ਨਾਲ ਜੁੜੇ ਮਸਲਿਆਂ ਦੀ ਕਰਾਂਗੇ। ਸਭ ਤੋਂ ਪਹਿਲਾਂ ਰੁੱਖ ਕਿਸਾਨੀ ਅੰਦੋਲਨ ਦੇ ਵੱਲ ਕਰਦੇ ਹਾਂ। ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਤਹਿਤ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਅੱਜ ਦਾ 26 ਫਰਵਰੀ ਦਾ ਦਿਨ ਨੌਜਵਾਨਾਂ ਦੇ ਨਾਮ ਕੀਤਾ ਗਿਆ, ਭਾਵ ਕਿ ਅੱਜ ਨੌਜਵਾਨ ਕਿਸਾਨ ਦਿਵਸ ਕਿਸਾਨਾਂ ਦੇ ਵੱਲੋਂ ਮਨਾਇਆ ਗਿਆ, ਜਿੱਥੇ ਅੱਜ ਸਿੰਘੂ ਦੀ ਮੇਨ ਸਟੇਜ ਨੌਜਵਾਨਾਂ ਦੇ ਹਵਾਲੇ ਕੀਤੀ ਗਈ ਹੈ। ਇਸ ਮੌਕੇ ਦੇ ਉੱਤੇ ਵੱਖ-ਵੱਖ ਨੌਜਵਾਨਾਂ ਦੇ ਵੱਲੋਂ ਆਪਣੇ ਵਿਚਾਰ ਰੱਖੇ ਗਏ ਅਤੇ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਨੌਜਵਾਨਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਸੀ, ਉਸੇ ਤਰ੍ਹਾਂ ਹੁਣ ਵੀ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਰਹਿਣਗੇ। ਤੇ ਨਾਲ ਹੀ ਉਹਨਾਂ ਨੇ ਖਾਸ ਤੌਰ ਦੇ ਉੱਤੇ ਅਪੀਲ ਕਿਸਾਨ ਆਗੂਆਂ ਨੂੰ ਕੀਤੀ ਹੈ ਕਿ ਕਿਸਾਨ ਆਗੂ ਵੀ ਖਾਸ ਤੌਰ ਦੇ ਉੱਤੇ ਨੌਜਵਾਨਾਂ ਦੇ ਪਾਏ ਯੋਗਦਾਨ ਨੂੰ ਸਮਝਣ ਅਤੇ ਕਿਸਾਨਾਂ ਦੇ ਨਾਲ ਇਕਜੁੱਟਤਾ ਦੇ ਨਾਲ ਖੜੇ ਹੋਣ ਤੇ ਜੇਲ੍ਹ ਦੇ ਵਿੱਚ ਬੰਦ ਨੌਜਵਾਨਾਂ ਨੂੰ ਰਿਹਾ ਕਰਵਾਉਣ ਦੇ ਲਈ ਵੀ ਕਿਸਾਨ ਆਡੀ ਚੋਟੀ ਦਾ ਜ਼ੋਰ ਲਾ ਕੇ ਉਹਨਾਂ ਨੌਜਵਾਨਾਂ ਨੂੰ ਬਾਹਰ ਲੈ ਕੇ ਆਉਣ। ਉਧਰ ਕਿਸਾਨ ਅੰਦੋਲਨ ਦੇ ਉੱਤੇ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਹੈ। ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਬਿਨਾਂ ਗੱਲਬਾਤ ਤੋਂ ਇਸ ਅੰਦੋਲਨ ਦਾ ਹੱਲ ਨਹੀਂ ਨਿਕਲੇਗਾ ਤੇ ਡੈਡਲੌਕ ਕਿਸੇ ਵੀ ਕਿਸਮ ਦਾ ਹੱਲ ਨਹੀਂ ਹੁੰਦਾ। ਇਸੇ ਚੱਲਦਿਆਂ ਉਹਨਾਂ ਨੇ ਪੰਜਾਬ ਦੇ ਬਜਟ ਸੈਸ਼ਨ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਉਮੀਦ ਹੈ ਕਿ ਇਸ ਵਾਰ ਪੰਜਾਬ ਲੋਕਾਂ ਦੇ ਹਿੱਤ ਦੇ ਵਿੱਚ ਬਜਟ ਆ ਕੇ ਪੇਸ਼ ਹੋ ਸਕਦਾ ਹੈ। ਆਸਾਂ ਉਮੀਦਾਂ ਤਾਂ ਬਹੁਤ ਸਾਰੀਆਂ ਨੇ, ਬਟ ਜਿਸ ਕਿਸਮ ਦੇ ਹਾਲਾਤ ਸਾਰੇ ਦੇਸ਼ 'ਚ ਚੱਲ ਰਹੇ ਨੇ, ਕੋਵਿਡ ਦਾ ਤੁਹਾਨੂੰ ਪਤਾ ਹੈ, ਜੇ ਕੋਵਿਡ 'ਚੋਂ ਨਿਕਲੇ ਹੀ ਨਹੀਂ ਬਾਹਰ ਜਾ ਰਿਹਾ, ਤੇ ਵਿਸ਼ੇਸ਼ ਤੌਰ ਗਵਰਨਮੈਂਟ ਆਫ ਇੰਡੀਆ ਨੂੰ ਮੈਂ ਅਪੀਲ ਕਰਾਂਗਾ ਕਿ ਜਿਹੜੇ ਤੁਹਾਡੇ ਬਾਰਡਰ ਦੇ ਸੂਬੇ ਸਪੈਸ਼ਲੀ ਜਿਸ ਤਰ੍ਹਾਂ ਜੰਮੂ ਕਸ਼ਮੀਰ ਹੈ, ਪੰਜਾਬ, ਇਹਦੇ ਵੱਲ ਵਿਸ਼ੇਸ਼ ਧਿਆਨ ਦਿਓ। ਕਿਸਾਨਾਂ ਦੀ ਐਜੀਟੇਸ਼ਨ ਚੱਲ ਰਹੀ ਹੈ। ਸਾਡੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਗੁਜ਼ਾਰਿਸ਼ ਹੋਏਗੀ ਕਿ ਕਿਸਾਨ ਤੇ ਤੁਹਾਡੇ ਆਪਣੇ ਨੇ, ਯੂ ਆਰ ਦੀ ਹੈਡ ਆਫ ਦੀ ਫੈਮਿਲੀ। ਲੋਕ ਉਮੀਦ ਕਰਦੇ ਨੇ ਕਿ 5-5 7-7 ਮਹੀਨੇ ਕਿਸੇ ਦੇਸ਼ ਦਾ ਅੰਨਦਾਤਾ ਜੇ ਬਾਰਡਰਸ ਤੇ ਬੈਠਾ ਹੋਏਗਾ ਤੇ ਉਹਦਾ ਇੰਟਰਨੈਸ਼ਨਲ ਮੈਸੇਜ ਵੀ ਗਲਤ ਜਾਂਦਾ। ਤੁਸੀਂ ਉਹਨਾਂ ਦੀ ਸੁਣਵਾਈ ਵੀ ਕਰੋ, ਉਹ ਜਲਦੀ ਘਰਾਂ ਨੂੰ ਵਾਪਸ ਆਉਣ। ਤੇ ਦੂਸਰੀ ਗੱਲ, ਪੰਜਾਬ ਦਾ ਮੈਂ ਕਹਿਣਾ ਚਾਹੁੰਦਾ, ਸਾਡੀ GST, ਇਹ ਜਦੋਂ GST ਕਾਊਂਸਲ ਬਣਿਆ, ਗਵਰਨਮੈਂਟ ਨੇ ਇਸ ਗੱਲ ਦੀ ਪਹਿਲੇ ਇਹ ਸਟੈਟੂਟਰੀ ਉਹਦੇ ਵਿੱਚ ਰਿਕੁਆਇਰਮੈਂਟਸ ਨੇ ਕਿ 2 ਮਹੀਨਿਆਂ ਬਾਅਦ GST ਜਿੰਨਾ ਤੁਹਾਡਾ ਟੈਕਸ ਹੁੰਦਾ ਸਟੇਟਾਂ ਨੂੰ ਵਾਪਸ ਜਾਣਾ ਚਾਹੀਦਾ। ਅੱਜ ਪੰਜਾਬ ਦਾ ਤਕਰੀਬਨ 8200 ਕਰੋੜ ਰੁਪਇਆ ਪਿਛਲੇ 10 ਮਹੀਨਿਆਂ ਦਾ ਸੈਂਟਰਲ ਗਵਰਨਮੈਂਟ ਨੇ ਵਾਪਸ ਨਹੀਂ ਘੱਲਿਆ। ਹੁਣ 8200 ਕਰੋੜ ਉਹ ਨਹੀਂ ਆਇਆ। ਤੇ ਰੂਰਲ ਡਿਵੈਲਪਮੈਂਟ ਫੰਡ ਸਾਨੂੰ ਤਕਰੀਬਨ ਝੋਨੇ ਤੇ ਕਣਕ ਦੀ ਪਰਚੇਸ 'ਚੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਨੂੰ 4000 ਕਰੋੜ ਰੁਪਈਆ ਦਿੰਦੀ ਹੈ, ਜਿਸ 4000 ਕਰੋੜ ਨਾਲ ਅਸੀਂ ਜਿੰਨਾ ਪੇਂਡੂ ਇਨਫਰਾਸਟ੍ਰਕਚਰ ਹੈ ਪੰਜਾਬ ਦਾ, 75000 ਕਿਲੋਮੀਟਰ ਸੜਕਾਂ ਨੇ ਸਾਡੀਆਂ ਪੇਂਡੂ ਸੜਕਾਂ, ਉਹਨਾਂ ਦੀ ਦੇਖ ਰੇਖ, ਸਾਡੇ ਸਟੇਡੀਅਮਸ ਨੇ ਸਪੋਰਟਸ ਦੀ, ਉਹਨਾਂ ਦੀ ਦੇਖ ਰੇਖ, ਸਾਡੀਆਂ ਮੰਡੀਆਂ ਨੇ ਉਹਨਾਂ ਦੀ ਦੇਖ ਰੇਖ, ਪਿੰਡਾਂ ਦੇ ਕੰਮ ਦੀ ਦੇਖ ਰੇਖ ਸਾਰੀ ਰੂਰਲ ਡਿਵੈਲਪਮੈਂਟ ਫੰਡ 'ਚ ਹੁੰਦੀ। ਉਹ ਕੱਟ ਕੇ ਨੈਸ਼ਨਲ ਗਵਰਨਮੈਂਟ ਨੇ ਹੁਣ 3% ਤੋਂ 1% ਕਰ ਦਿੱਤਾ। ਤੇ ਉਧਰ ਨੌਦੀਪ ਦੇ ਮਾਮਲੇ ਦੀ ਗੱਲ ਕਰੀਏ ਤਾਂ ਨੌਦੀਪ ਨੂੰ ਇੱਕ ਵਾਰ ਫਿਰ ਤੋਂ ਇੱਕ ਹੋਰ ਕੇਸ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ, ਭਾਵ ਕਿ ਹੁਣ ਨੌਦੀਪ ਦੇ ਤਿੰਨੋਂ ਕੇਸਾਂ ਦੇ ਵਿੱਚੋਂ ਨੌਦੀਪ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਨੌਦੀਪ ਹੁਣ ਕੁਝ ਹੀ ਸਮੇਂ ਦੇ ਵਿੱਚ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੀ ਹੈ। ਤੇ ਦੱਸਦੀ ਕਿ ਨੌਦੀਪ ਦੇ ਜੇਕਰ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਕਾਗਜ਼ੀ ਕੰਮ ਪੂਰਾ ਕਰਨ ਤੋਂ ਬਾਅਦ ਨੌਦੀਪ ਨੂੰ ਬਾਹਰ ਲਿਆਂਦਾ ਜਾਏਗਾ। ਸੋ ਦੱਸਦੀ ਕਿ ਨੌਦੀਪ ਪਿਛਲੇ 1.5 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਨੌਦੀਪ ਨੂੰ ਛੁਡਵਾਉਣ ਦੇ ਲਈ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਪ੍ਰਯੋਗ ਕੀਤੇ ਜਾ ਰਹੇ ਸੀ ਤਾਂ ਜੋ ਨੌਦੀਪ ਕਿਸੇ ਤਰੀਕੇ ਬਾਹਰ ਆ ਜਾਵੇ। ਇਸੇ ਚੱਲਦਿਆਂ ਨੌਦੀਪ ਦੇ ਵਕੀਲ ਦਾ ਕੀ ਕੁਝ ਕਹਿਣਾ ਉਹ ਸੁਣਦੇ ਹਾਂ ਤੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਜੋ ਕਿ ਦਿੱਲੀ सिख गुरुद्वारा मैनेजमेंट कमेटी के प्रधान ने, उन्होंने भी बयान है, वो भी सुनते हैं। उसमें हाई कोर्ट ने इस चीज़ के बारे में ये कहा है कि 307 के रिगार्डिंग कोई भी चीज़ें ऑन रिकॉर्ड नहीं है। सो देयरफॉर उस चीज़ के ऊपर देयर इज़ नो मटेरियल ऑन रिकॉर्ड। देयरफॉर हाई कोर्ट इज़ ऑर्डर्ड कि उसकी उसे बेल ग्रांट कर दी गई है एंड विद अ रिस्ट्रेंट की कोई भी लॉ एंड ऑर्डर सिचुएशन ना क्रिएट हो। सिर्फ एक ये चीज़ मेंशन की है उसमें। और अब उसके जो बेल बॉन्ड्स हैं वो उसकी तैयारी सोनीपत डिस्ट्रिक्ट कोर्ट में जितेंद्र कुमार जी एडवोकेट कर रहे हैं और श्योरिटीज़ जो हैं ऑल ऑफ दैट इज़ बीइंग प्रिपेयर्ड बाय DSCMC। सो उन सारी चीज़ों की तैयारी हो रही है। नाउ वी आर वेटिंग कि जैसे ही ऑर्डर साइन होते हैं वी विल गेट दोज ऑर्डर्स एंड रश टू सोनीपत। बड़ी खुशी आई सानू सारिਆਂ ਨੂੰ। गुरु साहब ने रहमत बख्शिश की, नौदीप कौर बाहर आ रही है जी। बिल्कुल तुसीं ठीक सुन रहे जे। नौदीप कौर दी
1.5 ਮਹੀਨੇ ਬਾਅਦ ਜੇਲ੍ਹ ਤੋਂ ਅੱਜ ਬਾਹਰ ਆ ਰਹੀ ਆ। ਅੱਜ ਹਾਈ ਕੋਰਟ ਨੇ ਉਸ ਦੇ ਆਖਰੀ ਕੇਸ ਜਿਹੜਾ ਕਿ FIR ਨੰਬਰ 25 ਸੀ ਉਸ ਦੇ ਅੰਦਰ ਵੀ ਜ਼ਮਾਨਤ ਐਕਸੈਪਟ ਕਰ ਲਈ, ਕਬੂਲ ਲਈ ਆ। ਬਹੁਤ ਵੱਡੀ ਜਿੱਤ ਆ ਸਾਡੇ ਸਾਰਿਆਂ ਦੇ ਵਾਸਤੇ। ਬਹੁਤ ਵੱਡੀ ਜਿੱਤ ਇਸ ਕਰਕੇ ਵੀ ਆ ਕਿਉਂਕਿ ਜ਼ਬਰ ਔਰ ਜ਼ੁਲਮ ਦਾ ਇੱਕ ਬਹੁਤ ਵੱਡਾ ਇਹ ਧੱਕਾ ਸੀਗਾ। ਹੁਕਮਰਾਨਾਂ ਨੇ ਇਹ ਤੈਅ ਕਰ ਲਿਆ ਕਿ ਜਿਹੜੇ ਲੋਕ ਸਾਡੇ ਖਿਲਾਫ ਬੋਲਣਗੇ ਅਸੀਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਾਂਗੇ, ਔਰ ਅੰਦੋਲਨਕਾਰੀਆਂ ਨੇ ਵੀ ਇਹ ਤੈਅ ਕਰ ਲਿਆ ਜਿੰਨਾ ਮਰਜ਼ੀ ਸਾਨੂੰ ਤੁਸੀਂ ਦਬਾਇਓ ਜੇ, ਜਿੰਨਾ ਮਰਜ਼ੀ ਸਾਨੂੰ ਜੇਲ੍ਹਾਂ 'ਚ ਪਾਇਓ ਜੇ, ਪਰ ਅਸੀਂ ਦਬਾਂਗੇ ਨਹੀਂ ਔਰ ਡਰਾਂਗੇ ਨਹੀਂ। ਅੰਦੋਲਨ ਆ, ਇਹ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਦੀ ਲੜਾਈ ਕੋਈ ਰੋਕ ਨਹੀਂ ਸਕਦਾ। ਕਿਸਾਨੀ ਅੰਦੋਲਨ ਦੀ ਲੜਾਈ ਇਸੇ ਤਰ੍ਹਾਂ ਜਾਰੀ ਰਹੂਗੀ। ਮੇਰੇ ਵੀਰੋ, ਮੈਨੂੰ ਬੜੀ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਅੱਜ ਮਾਣਯੋਗ ਹਾਈ ਕੋਰਟ ਦੇ ਅੰਦਰ ਸਰਦਾਰ ਹਰਵਿੰਦਰ ਸਿੰਘ ਜੀ ਬੈਂਸ ਸਾਹਿਬ ਔਰ ਸਰਦਾਰ ਪਵਨਦੀਪ ਸਿੰਘ ਜੀ ਜੋ ਸਾਡੇ ਐਡਵੋਕੇਟ ਨੇ, ਔਰ ਪ੍ਰੋ ਬੋਨੋ ਜਿਨ੍ਹਾਂ ਨੇ ਬਹੁਤ ਵੱਡੀ ਲੜਾਈ ਲੜੀ, ਜਿਨ੍ਹਾਂ ਦਾ ਆਪਾਂ ਦੇਣ ਨਹੀਂ ਦੇ ਸਕਦੇ, ਐਸੇ ਐਡਵੋਕੇਟ RS ਚੀਮਾ ਸਾਹਿਬ, ਉਹਨਾਂ ਦੇ ਫਰਜ਼ੰਦ ਛੋਟੇ ਚੀਮਾ ਸਾਹਿਬ, ਬਹੁਤ ਵੱਡੀ ਉਹਨਾਂ ਨੇ ਇਸ ਲੜਾਈ ਨੂੰ ਲੜਿਆ ਔਰ ਬਹੁਤ ਲੰਬੇ ਆਰਗੂਮੈਂਟ ਤੋਂ ਬਾਅਦ ਹਾਈ ਕੋਰਟ ਨੇ ਨਵਦੀਪ ਕੌਰ ਨੂੰ ਬੇਲ ਗ੍ਰਾਂਟ ਕਰ ਦਿੱਤੀ। ਉਧਰ ਲਗਾਤਾਰ ਦੇਸ਼ ਦੇ ਵਿੱਚ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਸਮੇਤ ਘਰੇਲੂ ਗੈਸ ਦੀਆਂ ਕੀਮਤਾਂ ਵੀ ਹੁਣ ਅਸਮਾਨ ਛੂਹਦੀਆਂ ਜਾ ਰਹੀਆਂ ਨੇ। ਇਸ ਨੂੰ ਲੈ ਕੇ ਜਦੋਂ ਦੇਸ਼ ਦੇ ਪੈਟਰੋਲੀਅਮ ਮੰਤਰੀ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਵੱਖਰਾ ਹੀ ਬਿਆਨ ਦੇ ਦਿੱਤਾ, ਜਿਸ ਬਿਆਨ ਤੋਂ ਬਾਅਦ ਲਗਾਤਾਰ ਇਸ ਬਿਆਨ ਦੇ ਉੱਤੇ ਟਿੱਪਣੀਆਂ ਦਾ ਦੌਰ ਵੀ ਤੇਜ਼ ਹੋ ਚੁੱਕਿਆ ਕਿਉਂਕਿ ਇਸ ਬਿਆਨ ਨੂੰ सियासी तरह हास्योहीना बयान मान रही हैं। इन दिनों में अंतर्राष्ट्रीय बाजार में पेट्रोलियम प्राइस की बढ़ने के कारण कंज्यूमर्स के ऊपर थोड़ा उसकी प्रभाव आई है। जैसे जैसे जाड़े की दिन आगे जाएगा, विंटर्स घटेगा, तब ये दाम थोड़ा धीरे धीरे घटेगा। कब तक उम्मीद है सर कम होने का? ये तो अंतर्राष्ट्रीय मामला है। अभी डिमांड ज्यादा होने के कारण थोड़ा प्राइस बढ़ी है, जाड़े में ऐसा होता है थोड़ा घटेगा। आम आदमी पार्टी के सुप्रीमो अरविंद केजरीवाल इन दिनी गुजरात के विच ने क्योंकि गुजरात के सूरत के विच बीते दिनी हुई चोणां के विच आम आदमी पार्टी सन लाउण के विच कामयाब हुई है। दसदी कि सूरत नूं भाजपा का वड्डा गढ़ मन्निया जांदा सी ते भाजपा के गढ़ के विच सन लाउण तो बाद अरविंद केजरीवाल के हौसले बुलंद ने ते अरविंद केजरीवाल ने इस मौके ते प्रेस वार्ता करदिआं भाजपा के उत्ते कई टिप्पणियां कीतियां ने। पिछले कुछ दिनों में जब से नतीजे आए हैं, मैं इन लोगों के स्टेटमेंट सुन रहा हूं, बीजेपी वालों के और कांग्रेस वालों के। वो बौखलाए हुए हैं, थोड़ा थोड़ा डरे हुए हैं। कल उनके एक बहुत बड़े नेता का बयान आया था कि सोने की थाली में कील गड़ गई है। पर एक चीज समझने की जरूरत है, वो आपसे नहीं डरते, वो आम आदमी पार्टी से भी नहीं डरते, वो उन लोगों से डरते हैं जिन्होंने आपको वोट दिया है। उन 16 लाख लोगों से डरते हैं वो जिन लोगों ने आपको वोट दिया है। उन 16 लाख लोगों ने आपके ऊपर भरोसा किया है। उन 16 लाख लोगों ने आपके ऊपर विश्वास किया है। वो 16 लाख लोग वो लोग हैं जो इन पार्टियों की राजनीति से तंग आ गए थे। अभी तक विकल्प नहीं था। ऐसा क्यों है कि 25 साल से बीजेपी यहाँ पे शासन कर रही है? हम 27 हैं, वो 93 हैं, लेकिन नंबर से कोई फर्क नहीं पड़ता। हमारा एक एक आदमी 10-10 पे भारी पड़ेगा कि नहीं पड़ेगा? आपको सूरत की जनता ने विपक्ष की भूमिका दी है, उनकी नानी याद दिला देना सदन के अंदर। एक भी गलत काम मत होने देना, एक भी गलत काम मत होने देना, उनको कोई गलत काम मत करने देना। पूरे गुजरात की जनता को पता चलना चाहिए कि सूरत के अंदर किस किस्म की राजनीति चल रही है। अब भारतीय जनता पार्टी वाले कुछ गलत काम नहीं कर पाएंगे क्योंकि आम आदमी पार्टी का विपक्ष यहाँ पे आ गया है। तो मैं आप लोगों को बहुत बहुत बधाई देता हूँ, तहे दिल से बधाई देता हूँ, और मैं वापस दिल्ली खूब ऊर्जा लेके जा रहा हूँ आप लोगों से। उधर आने वाले दिनों के विच दिल्ली दी भी 5 नगर निगमां दीआं सीटां दे उत्ते चोणां होणीआं ने। इन्हां नगर निगम सीटां दे उत्ते खास तौर ते उत्ते अरविंद केजरीवाल खुद अपने पद्धर ते उत्ते जिथे रोड शो कर रहे हैं, उधर भाजपा ने भी अड्डी चोटी का जोर इन्हां 5 नगर निगम सीटां नूं जितण दे लाया होया। इस दे उत्ते गौतम गंभीर खुद प्रचार करते नजर आए ने ते गौतम गंभीर ने इस मौके के उत्ते अरविंद केजरीवाल के उत्ते गंभीर इल्जाम लाए ने। भाई साहब, यही संदेश देना चाहता हूँ, जिस तरीके की भीड़ है इससे ये पता चलता है कि दिल्ली की जनता किसके साथ है। और 6 साल से दिल्ली की जनता को बेवकूफ़ बनाया जा रहा है। अब आगे आने वाले समय में इतना लंबे टाइम में समय नहीं बेवकूफ़ नहीं बना पाएंगे मुख्यमंत्री। देखिए, उस टाइम पे मैं था नहीं,
मैं सिर्फ आपको ये कहना चाहता हूँ कि मुख्यमंत्री जी जिस तरीके से दिल्ली की जनता को 6 साल से बेवकूफ़ बना रहे हैं, बहुत लंबे समय तक और बेवकूफ़ नहीं बना पाएंगे वो। तो पूरा विश्वास है, मैं कोई ज्योतिष नहीं हूँ, लेकिन मुझे पूरा विश्वास है कि कल्याणपुरी और त्रिलोकपुरी में ज़रूर हमारे को जीत मिलेगी। ਤੇ ਹੁਣ ਰੁਕ ਕਰਦੇ ਹਾਂ ਭਾਰਤ ਬੰਦ ਦੇ ਵੱਲ। ਅੱਜ ਪੂਰੇ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ। ਤਕਰੀਬਨ 8 ਕਰੋੜ ਦੇ ਕਰੀਬ ਟ੍ਰੇਡਰਸ ਦਾ ਇਹ ਬੰਦ ਦੇ ਕਾਲ ਸੀ, ਜਿਸ ਨੂੰ ਲੈ ਕੇ ਕੱਲ ਤੋਂ ਕਿਆਸ ਰਾਈਆਂ ਸੀ ਕਿ ਪੂਰੇ ਭਾਰਤ ਦੇ ਵਿੱਚ ਇਸ ਬੰਦ ਦੇ ਕਾਲ ਨੂੰ ਬਹੁਤ ਵੱਡਾ ਸਮਰਥਨ ਮਿਲੇਗਾ। ਪਰ ਜੇਕਰ ਪੰਜਾਬ ਦੀਆਂ ਤਸਵੀਰਾਂ ਦੇ ਉੱਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਵਿੱਚੋਂ ਬਹੁਤਾ ਭਰਮਾ ਹੰਗਾਰਾ ਇਸ ਬੰਦ ਨੂੰ ਨਹੀਂ ਮਿਲਿਆ। ਪੰਜਾਬ ਦੇ ਰੂਪਨਗਰ ਅਤੇ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਹਾਨੂੰ ਵਿਖਾਵਾਂਗੇ। ਅੰਮ੍ਰਿਤਸਰ ਦੇ ਵਿੱਚ ਵੀ ਕੋਈ ਬਹੁਤਾ ਵੱਡਾ ਹੰਗਾਰਾ ਨਹੀਂ ਹੈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਇਸ ਬੰਦ ਨੂੰ ਸਮਰਥਨ ਮਿਲਦਾ ਨਹੀਂ ਵਿਖਾਈ ਦਿੱਤਾ। ਆਮ ਦਿਨਾਂ ਦੇ ਵਾਂਗ ਹੀ ਹਲਚਲ ਵਿਖਾਈ ਦਿੱਤੀ ਹੈ ਤੇ ਆਮ ਦਿਨਾਂ ਦੇ ਵਾਂਗ ਹੀ ਲੋਕ ਆਉਂਦੇ ਜਾਂਦੇ ਵਿਖਾਈ ਦਿੱਤੇ ਨੇ। ਸੋ ਇਸ ਕਰਕੇ ਇਸ ਬੰਦ ਦੀ ਕਾਲ ਨੂੰ ਸਮਰਥਨ ਨਾ ਮਿਲਣਾ ਕਿਤੇ ਨਾ ਕਿਤੇ ਟ੍ਰੇਡਰਸ ਦਾ ਦਿੱਤੀ ਗਈ ਬੰਦ ਦੀ ਕਾਲ ਦੇ ਉਲਟ ਅੱਜ ਦਾ ਦਿਨ ਜਿਹੜਾ ਰਿਹਾ ਹੈ। ਅੱਜ ਦੇਸ਼ ਭਰ ਦੇ ਅੰਦਰ ਅਖਿਲ ਭਾਰਤੀ ਵਪਾਰ ਉਦਯੋਗ ਮੰਡਲ और कॉन्फेडरेशन ट्रेड इंडस्ट्री ने और पंजाब प्रदेश व्यापार मंडल ने देश भर के विच विरोध प्रदर्शन भी किए और पंजाब च मैमोरेंडम दिते गए ने डिप्टी कमिश्नर नूं, सेल टैक्स के अधिकारियों नूं, SDM नूं और पूरे पंजाब के अंदर अज मैमोरेंडम दिते गए। लुधियाना के विच भी DTC KVS सिद्धू नूं मैमोरेंडम दे के मंग की गई है कि केंद्र सरकार नूं और पंजाब सरकार, क्योंकि पंजाब सरकार केंद्र के विच रिप्रजेंटेटिव ने सरदार मनप्रीत बादल, उन्होंने भी मांग की गई है कि साडे नाल वायदा किया गया सीगा कि GST ईजी लियावांगे। अज 85% देश का व्यापारी उन्होंने जो मोस्टली अनपढ़ है और उन्होंने कोल कोई सिस्टम नहीं है। असी डिपेंड हो गए अफसरां ते, असी डिपेंड हो गए CA ते, असी डिपेंड हो गए वकीलों ते। साडा इंडिपेंडेंट काम बंद हो गया, असी खर्चे बर्दाश्त नहीं कर सकते। इस नाल भ्रष्टाचार फैलेगा। ਜਿਹੜੀ ਨਵੀਂ ਅਮੈਂਡਮੈਂਟ ਆਈਆਂ ਸਰਕਾਰ ਇਹਨਾਂ ਨੂੰ ਤੁਰੰਤ ਵਾਪਸ ਲਵੇ। ਸਮੱਸਿਆ ਇਹਨਾਂ ਦੀ ਮੇਨ ਤਾਂ ਇਹ ਸੀਗੀ ਜੀ ਕਿ ਜਿਹੜੇ ਨਿਊ ਲਾਜ਼ ਇੰਪਲੀਮੈਂਟ ਕੀਤੇ ਨੇ GST ਨੇ, ਉਹਦੇ ਵਾਸਤੇ ਆਪਣੀ ਗ੍ਰੀਵੈਂਸ ਲੈ ਕੇ ਆਏ ਸੀਗੇ। ਉਹਨਾਂ ਦਾ ਮੈਮੋਰੈਂਡਮ ਦਿੱਤਾ ਕਿ ਇੱਕ ਤਾਂ ਜਿਹੜੀ ਲਿਮਿਟ ਹੈਗੀ ਆ ਟਾਈਮ ਲਿਮਿਟ ਵਹੀਕਲਸ ਦੇ ਮੂਵ ਕਰਨ ਦੀ ਫਰੋਮ ਵਨ ਡੈਸਟੀਨੇਸ਼ਨ ਟੂ ਅਨਦਰ ਡੈਸਟੀਨੇਸ਼ਨ, ਉਹਦੇ ਵਿੱਚ ਇਹ ਚਾਹੁੰਦੇ ਨੇ ਕਿ ਉਹ ਪੁਰਾਣਾ ਹੀ ਸਿਸਟਮ ਲਾਗੂ ਕੀਤਾ ਜਾਵੇ। ਅਤੇ ਉਹ ਜਿਹੜਾ ਇੰਪਲੀਮੈਂਟੇਸ਼ਨ ਹੋਈ ਆ ਉਹ ਸਾਰੀ ਫੀਲਡ ਦੀਆਂ ਰਿਪੋਰਟਸ ਨੂੰ ਇਨਪੁੱਟ ਨੂੰ ਧਿਆਨ 'ਚ ਰੱਖ ਕੇ ਗੌਰਮੈਂਟ ਨੇ ਕੀਤੀ ਹੈ, ਕੌਂਸਲ ਨੇ, ਕਿਉਂਕਿ 100 ਕਿਲੋਮੀਟਰ ਇਨ 24 ਆਵਰਸ ਜਿਹੜਾ ਹੈਗਾ ਇਹ ਬਹੁਤ ਵੱਡਾ ਪੀਰੀਅਡ ਬਣ ਜਾਂਦਾ। ਉਹਦੇ ਵਿੱਚ ਕੀ ਲੋਕ ਜਿਹੜੇ ਸੀਗੇ ਆਮ ਤੌਰ 'ਤੇ ਦੇਖਣ 'ਚ ਆਇਆ ਕਿ ਡਬਲ ਗੇੜੇ ਲੱਗਣ ਲੱਗ ਗਏ ਸੀਗੇ, ਮਾਲ ਛੱਡ ਕੇ ਉਸੇ ਬਿੱਲ 'ਤੇ ਫਿਰ ਦੁਬਾਰਾ ਵਾਪਸ ਲੈਣ ਦਾ। ਉਹ ਚੀਜ਼ ਨੂੰ ਕਰਬ ਕਰਨ ਵਾਸਤੇ ਗੌਰਮੈਂਟ ਨੇ ਇਹ ਲਾਅ ਲੈ ਕੇ ਆਂਦਾ। ਇਹਦੀ ਗ੍ਰੀਵੈਂਸ ਸੀਗੀ ਇਹਨਾਂ ਨੂੰ ਕਿ ਪੁਰਾਣੀ ਲਿਮਿਟ ਰਹਿਣ ਦਿੱਤੀ ਜਾਵੇ। ਉਹਦੇ ਬਾਰੇ ਕੌਂਸਲ ਡਿਸੀਜਨ ਲਊਗੀ ਜੀ, ਜੋ ਲਊਗੀ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।